प्यारे दर्शकों, तुहाडा पंजाबनामा शो दे विच निੱਘਾ स्वागत है। इस शो दे विच साडे नाल उगे लेखक सतनाम चाना जी हैं, जिन्हां ने कुछ फिल्मां भी बनाईयां हैं। लंबा समा उन्हां पत्रकारी दे विच गुजारिया है। उन्होंने एक होर जिहड़ी फिल्म जिहड़ी है पहले एनीमेशन के खेत्र दे विच पहलां एक बनाई सी, एक होर फिल्म जिहड़ी है जय भीम बनाई है। जय भीम उस विलखण शख्सियत बारे फिल्म आ जिहदे बहुत सारे पक्ष अणगौले ने, जिन्हां बारे साडे देश दे विच चर्चा तां हुंदी है। जदों संविधान की चर्चा हुंदी उदों उन्हां दी चर्चा सदा हुंदी है। जदों दबे कुचले लोकां दी गल हुंदी है तां भी उन्हां दी गल जिहड़ी है बाबा भीमराव अंबेडकर दी हुई है। उन्हां दी शख्सियत दे बहुत सारे अणगौले पक्ष ने, जिन्हां बारे कदे रहस जिहड़ा पर्दा उठिया ही नहीं गा। ये भी एक सवाल आम तौर पर चर्चा का विषय रहिंदा कि वो अमृतसर आए सीगे, उन्हां सिख धर्म ग्रहण करना सीगा, वो क्यों नहीं कर सके, की कारण होए। उस तो अलावा उन्हां दा साडे जिहड़ा आज़ाद भारत तो पहला बहुत अहम रोल है, नुमाया रोल है। वो रोल तो बहुत बारी पर्दा नहीं उठिया ते ना ही उन्हां दी शख्सियत बारे कोई एक पुस्तक हैगी है जिहदे तो साडे दर्शकां नूं जां सानूं सही जानकारी मिल सके। असी चाना जी तो जाणांगे कि उन्हां ने जिहड़ी जय भीम फिल्म बनाउण दा कि किस करके किस गल ने उन्हां नूं प्रेरित कीता कि वो फिल्म बनाउण, कि इहदे बारे साडे दर्शकां नूं इहदे बारे जानकारी देण। जिहड़ी पहिलां फिल्म बनाई सी वो एनीमेशन के खेत्र दे विच पहिलां उन्हां फिल्म बनाई सी, दूजी फेर ये फिल्म बनाई। उस तो पहलां भी उन्होंने कोई फिल्मां बनाईयां ने, पर उन्होंने एनीमेशन का खेत्र ही क्यों चुनिया, इहदे बारे साडे दर्शकां नाल अपने विचार सन। चाना जी। जम्मू साहब, एक तां मैं ये पहला शुरू च ही दस दईए कि जिहड़ी साडी पहली फिल्म सी, हाँ जी, उसका नाम सी गुरु दा बंदा। हाँ जी, हाँ जी। वो बाबा बंदा सिंह बहादुर दी जीवनी दे उत्ते फिल्म बनी हुई है। हाँ, बाबा बंदा सिंह बहादुर ऊपर तां तुसीं एक पुस्तक भी लिखी हुई ना। हाँ जी, वो सिख फलसफे का राजनीतिक एजेंडा ते पंजाब कम्यून, हाँ जी, हाँ जी। वो खोज पुस्तक है। ਉਹਦੇ ਵਿੱਚ ਕਾਫੀ ਵੱਡਾ, ਕਿਉਂਕਿ ਉਹ ਸ਼ੁਰੂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਚੈਪਟਰ ਤੋਂ ਹੁੰਦੀ ਆ। ਔਰ ਦੂਸਰਾ ਇਹ ਹੈ ਕਿ ਅਸੀਂ ਉਹ ਫਿਲਮ ਇਸ ਕਰਕੇ ਬਣਾਉਣ ਦਾ ਫੈਸਲਾ ਕੀਤਾ ਸੀ ਕਿ ਪੂਰੇ ਵਿਸ਼ਵ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਸੀ ਜਿਹੜੀ ਹੋਰ ਕਿਤੇ ਨਹੀਂ ਵਾਪਰੀ, ਜਿਹਨੂੰ ਅਸੀਂ ਜ਼ਮੀਨੀ ਕ੍ਰਾਂਤੀ ਕਹਿੰਦੇ ਆ। ਹਾਂਜੀ ਹਾਂਜੀ। ਕਿਸਾਨ ਕ੍ਰਾਂਤੀਆਂ ਬਹੁਤ ਉੱਠੀਆਂ ਸੀਗੀਆਂ, ਬਹੁਤ ਸਾਰੀਆਂ ਸਦੀਆਂ ਚੱਲੀਆਂ, ਲੇਕਿਨ ਇਸ ਤਰ੍ਹਾਂ ਰਾਜ ਨੂੰ ਕੈਪਚਰ ਕਰਕੇ ਜ਼ਮੀਨੀ ਕ੍ਰਾਂਤੀ ਨੂੰ ਸਿਰੇ ਲਾਇਆ ਹੋਵੇ, ਇਹ ਪਹਿਲੀ ਵਾਰੀ ਘਟਨਾ ਪੰਜਾਬ ਦੀ ਧਰਤੀ ਤੇ ਵਾਪਰੀ ਸੀ, ਜਿਹਦੇ ਹੀਰੋ ਸਨ ਬਾਬਾ ਬੰਦਾ ਸਿੰਘ ਬਹਾਦਰ। ਹਾਂਜੀ। ਇਸ ਕਰਕੇ ਅਸੀਂ ਪਹਿਲੀ ਫਿਲਮ ਉਹਨਾਂ ਦੇ ਜੀਵਨ ਦੇ ਉੱਤੇ ਬਣਾਉਣ ਦਾ ਫੈਸਲਾ ਲਿਆ ਕਿ ਉਹਨਾਂ ਦੇ ਵੀ ਕੁਝ ਐਸੇ ਪੱਖ ਸਨ ਜਿਹੜੇ ਸ਼ਾਇਦ ਸਾਰੇ ਦੇ ਸਾਰੇ ਸਭ ਪਾਠਕਾਂ ਨੂੰ ਜਾਂ ਉਹਨਾਂ ਨੂੰ ਨਹੀਂ ਸੀ ਪਤਾ, ਉਹਦੇ ਵਿੱਚ ਉਭਰੇ ਅਸੀਂ ਉਭਾਰਨ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ ਇਹ ਹੈ ਕਿ ਜ਼ਮਾਨਾ ਜਿਸ ਪਾਸੇ ਨੂੰ ਜਾ ਰਿਹਾ ਤੇ ਸਾਡੀ ਨਵੀਂ ਜਨਰੇਸ਼ਨ ਜੋ ਕੁਝ ਲਾਈਕ ਕਰਦੀ ਆ ਜਾਂ ਜਿਹੜੀ ਵਿਧਾ ਤੋਂ ਉਹ ਪ੍ਰਭਾਵਿਤ ਹੁੰਦੀ ਆ, ਉਹਦੇ 'ਚ ਐਨੀਮੇਸ਼ਨ ਨੇ ਬਹੁਤ ਵੱਡਾ ਆਪਣਾ ਜਿਹੜਾ ਨਾ ਉਹ ਹਿੱਸਾ ਲੈ ਲਿਆ ਹੋਇਆ। ਔਰ ਉਹ ਤੋਂ ਛੋਟੇ ਤੋਂ ਛੋਟਾ ਬੱਚਾ ਵੀ ਜਿਹੜਾ ਨਾ ਉਹ ਐਨੀਮੇਸ਼ਨ ਦੀਆਂ ਚੀਜ਼ਾਂ ਦੇਖਣੀਆਂ ਚਾਹੁੰਦਾ, ਭਾਵੇਂ ਉਹ ਕਾਰਟੂਨ ਦੇ ਲੈਵਲ ਤੇ ਹੀ ਹੋਣ। ਔਰ ਉਹ ਕਾਰਟੂਨ ਦੇ ਲੈਵਲ ਤੇ ਵੀ ਉਹਨਾਂ ਨੂੰ ਬਹੁਤ ਸਾਰੀਆਂ ਸਿੱਖਿਆਦਾਇਕ ਚੀਜ਼ਾਂ ਜਿਹੜੀਆਂ ਨਾ ਉਹ ਦਿੱਤੀਆਂ ਜਾ ਸਕਦੀਆਂ। ਔਰ ਇਹਦਾ ਪਿੱਛੇ ਇੰਸਪੀਰੇਸ਼ਨ ਦਾ ਦੂਜਾ ਹੈ ਕਿ ਇਸ ਤਰ੍ਹਾਂ ਦੀ ਵੀ ਸਮੱਸਿਆ ਆਉਂਦੀ ਸੀ ਕਿ ਕੁਛ ਐਸੇ ਸਾਡੇ ਹੀਰੋ ਕਿ ਅਸੀਂ ਉਹਨਾਂ ਨੂੰ ਕਈ ਵਾਰੀ ਐਕਟਰ ਆ ਜਿਹੜੇ ਉਹ ਭੂਮਿਕਾ ਨਿਭਾਉਣ ਤੋਂ ਥੋੜਾ ਘਬਰਾਉਂਦੇ ਵੀ ਆ, ਤੇ ਜਾਂ ਉਹ ਲੱਗਦਾ ਹੁੰਦਾ ਕਿ ਵੀ ਉਹ ਪ੍ਰਵਾਨਗੀ ਮਿਲੇਗੀ ਵੀ ਕਿ ਨਹੀਂ ਮਿਲੇਗੀ ਕਿ ਇੱਕ ਐਕਟਰ ਆ ਜਿਹੜਾ ਉਹ ਉਸ ਦੀ ਭੂਮਿਕਾ ਕਰੇ। ਉਹਦੇ ਵਿੱਚ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਲਈ ਵੀ ਸਾਡੇ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਕਿ ਵੀ ਉਸ ਨੂੰ ਕੈਮਰੇ ਦੇ ਸਾਹਮਣੇ ਫਿਲਮਾਇਆ ਜਾਵੇ। ਉਹ ਤੋਂ ਬਿਨਾਂ ਜਿਹੜੀ ਸਾਡੇ ਕੋਲ ਫਿਲਮ ਆ ਚੁੱਕੀ ਸੀ ਪਹਿਲਾਂ, ਚਾਰ ਸਾਹਿਬਜ਼ਾਦੇ, ਉਸ ਤੋਂ ਅਸੀਂ ਆਪ ਹੀ ਬੜੇ ਪ੍ਰਭਾਵਿਤ ਸੀਗੇ ਕਿ ਇੱਕ ਬਹੁਤ ਅੱਛਾ ਉਪਰਾਲਾ ਜਿਹੜਾ ਉਹਨਾਂ ਨੇ ਕੀਤਾ ਸੀ ਬਵੇਜਾ ਸਾਹਿਬ ਨੇ, ਉਹਨੇ ਬਹੁਤ ਪ੍ਰਭਾਵਿਤ ਕੀਤਾ ਲੋਕਾਂ ਨੂੰ। ਤੇ ਬਹੁਤ ਸਾਰੀਆਂ ਗੱਲਾਂ ਕਿ ਬਹੁਤ ਸਾਰੀ ਜਨਸੰਖਿਆ ਜਿਹੜੀ ਆ ਸਾਡੇ ਦੇਸ਼ ਦੀ, ਉਹਨਾਂ ਨੂੰ ਹੀ ਪਹਿਲੀ ਵਾਰੀ ਪਤਾ ਲੱਗਾ ਕਿ ਵੀ
ਆਹ ਕੁਛ ਉਸ ਸਮੇਂ ਦੇ ਉੱਤੇ ਵਾਪਰਿਆ ਸੀ ਤੇ ਇਸ ਤਰ੍ਹਾਂ ਦੇ ਉਦੋਂ ਜ਼ੁਲਮ ਕੀਤੇ ਗਏ। ਔਰ ਇਹੀ ਵਜ੍ਹਾ ਕਰਕੇ ਕਿ ਜਿਹੜੀ ਮੰਗ ਉੱਠਣੀ ਸ਼ੁਰੂ ਹੋ ਗਈ ਸੀ ਕਿ ਜਿਹੜਾ ਬਾਲ ਦਿਵਸ ਆ ਉਹ ਹਾਂਜੀ ਵੀ ਸਾਹਿਬਜ਼ਾਦਿਆਂ ਦੇ ਨਾਮ ਤੇ ਹੋਣਾ ਚਾਹੀਦਾ। ਜੇ ਉਹ ਫਿਲਮ ਦੇ ਆਉਣ ਦਾ ਹੀ ਅਸਰ ਸੀ, ਲੇਕਿਨ ਇਹ ਤਾਂ ਫੈਸਲੇ ਭਾਵੇਂ ਬਾਅਦ ਚ ਹੋਏ ਜਾਂ ਮੰਗ ਬਾਅਦ ਚ ਉੱਠੀ, ਲੇਕਿਨ ਉਂਝ ਵੀ ਸਾਨੂੰ ਇਹ ਲੱਗਿਆ ਕਿ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਜਿਹੜਾ ਦਰਸ਼ਕ ਤੱਕ ਗੱਲ ਨੂੰ ਪਹੁੰਚਾਇਆ ਜਾ ਸਕਦਾ ਹੈ। ਉਸ ਤੋਂ ਸਾਨੂੰ ਕੀ ਹੌਸਲਾ ਮਿਲਿਆ? ਹੌਸਲਾ ਇਹ ਮਿਲਿਆ ਕਿ ਉਸ ਫਿਲਮ ਨੂੰ ਸਾਨੂੰ ਬੈਸਟ ਐਨੀਮੇਸ਼ਨ ਫਿਲਮ ਆਫ ਦਾ ਈਅਰ 2018 ਅਵਾਰਡ ਮਿਲ ਗਿਆ। ਔਰ ਪਹਿਲੀ ਹੀ ਫਿਲਮ ਤੇ ਅਵਾਰਡ ਮਿਲ ਜਾਣ ਦੇ ਨਾਲ ਸਾਨੂੰ ਬੜੀ ਇਨਕਰੇਜਮੈਂਟ ਹੋਈ। ਫਿਰ ਇਹ ਸੀਗਾ ਕਿ ਦੂਸਰੀ ਫਿਲਮ ਕਿਹੜੀ ਬਣਾਈਏ, ਕਿਉਂਕਿ ਸਾਡਾ ਐਨੀਮੇਸ਼ਨ ਦਾ ਪ੍ਰੋਜੈਕਟ ਜੰਮੂ ਸਾਹਿਬ ਆਪਾਂ ਆਪਣਾ ਲਗਾਇਆ ਹੋਇਆ ਹੈ ਜਲੰਧਰ ਦੇ ਵਿੱਚ, ਔਰ ਉਹ ਵਰਲਡ ਕਲਾਸ ਇੱਕ ਹੈ ਟੈਕਨੀਕ ਹੈ ਜਿਹੜੀ ਉਹਦੀ ਵਰਲਡ ਕਲਾਸ ਹੈਗੀ ਆ, ਔਰ ਉਹ ਕੁਝ ਵੀ ਉਹਦੇ ਵਿੱਚ ਕ੍ਰੀਏਟ ਕੀਤਾ ਜਾ ਸਕਦਾ। ਔਰ ਉਹਦੇ ਤੇ ਸਾਡਾ ਫੈਸਲਾ ਸੀ ਕਿ ਜਿਹੜੀਆਂ ਫਿਲਮਾਂ ਹੁਣ ਬਣਾਈਏ ਅਸੀਂ ਸ਼ੁਰੂ ਦੇ ਵਿੱਚ ਆਰੰਭ ਦੇ ਵਿੱਚ, ਉਸ ਆਪਣੇ ਨਾਇਕ ਆ ਜਿਹੜੇ ਆਪਣੇ ਦੇਸ਼ ਦੇ ਪੰਜਾਬ ਦੇ, ਉਹਨਾਂ ਨੂੰ ਫਿਲਮਾਈਏ ਪਹਿਲਾਂ। ਠੀਕ। ਔਰ ਉਹਦੇ ਵਿੱਚ ਫਿਰ ਅਸੀਂ ਕਾਫੀ ਸਮਾਂ ਲਾਇਆ ਇਸ ਸੋਚਣ ਦੇ ਉੱਤੇ ਕਿ ਗੁਰੂ ਦਾ ਬੰਦਾ ਫਿਲਮ ਤੋਂ ਬਾਅਦ ਅਗਲਾ ਥੀਮ ਕਿਹੜਾ ਲਿਆ ਜਾਏ। ਸਾਨੂੰ ਸੁਝਾਅ ਬੜੇ ਆਏ। ਸੁਝਾਅ ਇਸ ਤਰ੍ਹਾਂ ਦੇ ਆਏ ਕਿ ਸਿੱਖ ਹੀਰੋ ਹੋਰ ਵੀ ਬਹੁਤ ਸਿੱਖ ਹੀਰੋ ਨੇ ਜਿਨ੍ਹਾਂ ਦੇ ਉੱਤੇ ਫਿਲਮਾਈਆਂ ਜਾਣੀਆਂ ਜਾ ਸਕਦੀਆਂ। ਹਾਂ, ਦੂਸਰਾ ਇਹ ਸੀ ਕਿ ਈਵਨ ਹਰੀ ਸਿੰਘ ਨਲੂਆ ਦੇ ਉੱਤੇ ਵੀ ਸਾਨੂੰ ਕਿਹਾ ਜਾਣ ਲੱਗਿਆ ਕਿ ਉਹਨਾਂ ਤੇ ਬਣਾਓ ਫਿਲਮ। ਪਰ ਸਾਡਾ ਇਹ ਸੀਗਾ ਕਿ ਹੋਰ ਜ਼ਾਵੀਏ ਤੋਂ ਕਿ ਅੱਜ ਦੀਆਂ ਪਰਿਸਥਿਤੀਆਂ ਦੇ ਵਿੱਚ ਜਿਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਔਰ ਮੇਰਾ ਇਹ ਮੰਨਣਾ ਵੀ ਆ ਕਿ ਜੇ ਅਸੀਂ ਆਪਣਾ ਭਵਿੱਖ ਦਾ ਰਸਤਾ ਤਲਾਸ਼ਣਾ ਹੋਵੇ ਤਾਂ ਦੇਖਣਾ ਪਿੱਛੇ ਨੂੰ ਪੈਂਦਾ ਹੈ। ਠੀਕ। ਔਰ ਇਹ ਪਿੱਛੇ ਨੂੰ ਮਤਲਬ ਇਹ ਕਿ ਸਾਨੂੰ ਆਪਣਾ ਇਤਿਹਾਸ ਦੇਖਣਾ ਪੈਂਦਾ, ਉਹਦੇ ਵਿੱਚੋਂ ਆਪਣੇ ਭਵਿੱਖ ਦਾ ਨਕਸ਼ਾ ਜਿਹੜਾ ਉਹ ਬਣਾਉਣਾ ਤਿਆਰ ਕਰਨਾ ਪੈਂਦਾ। ਉਹਦੇ ਵਿੱਚ ਇਹ ਸੀ ਕਿ ਜਿਹੜੀਆਂ ਪਰਿਸਥਿਤੀਆਂ ਦੇ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ, ਜਿਨ੍ਹਾਂ ਹਾਲਾਤ ਦੇ ਵਿੱਚੋਂ ਸਾਡਾ ਦੇਸ਼ ਲੰਘ ਰਿਹਾ, ਉਹਦੇ ਵਿੱਚ ਇਹ ਬੜਾ ਜ਼ਰੂਰੀ ਆ ਕਿ ਉਹਨਾਂ ਨਾਇਕਾਂ ਨੂੰ ਫਰੋਲਿਆ ਜਾਵੇ, ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ ਜਿੱਥੋਂ ਸਾਨੂੰ ਰਾਹ ਮਿਲਣ ਦੀ ਉਮੀਦ ਹੈਗੀ ਆ। ਠੀਕ। ਔਰ ਉਹਦੇ ਵਿੱਚ ਫਿਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਹੀ ਨਾਮ ਆਉਂਦਾ ਸੀ। ਠੀਕ। ਉਹਨਾਂ ਦਾ ਜਿਹੜਾ ਜੀਵਨ ਆ ਉਹ ਵੀ ਸਬਕਾਂ ਭਰਪੂਰ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬਚਪਨ ਤੋਂ ਲੈ ਕੇ ਐਜੂਕੇਸ਼ਨ ਵਾਲਾ ਪੀਰੀਅਡ, ਉਸ ਤੋਂ ਬਾਅਦ ਫਿਰ ਜਦੋਂ ਉਹ ਸਮਾਜਿਕ ਜ਼ਿੰਦਗੀ ਵਿੱਚ ਆਏ, ਰਾਜਨੀਤਿਕ ਜ਼ਿੰਦਗੀ ਚ ਆਏ, ਬਹੁਤ ਵੱਡੇ ਇਕੋਨੋਮਿਸਟ ਸੀਗੇ, ਚਿੰਤਕ ਵੀ ਜਿਹੜੇ ਉਹ ਵਿਸ਼ਵ ਪੱਧਰ ਦੇ ਸੀ। ਔਰ ਉਹਨਾਂ ਦੀ ਜਿਹੜੀ ਸਾਡੇ ਸਮਾਜਿਕ ਕ੍ਰਾਂਤੀ ਆ, ਜਿਹੜੀ ਅਸੀਂ ਇੱਕ ਕ੍ਰਾਂਤੀ ਦੇ ਵਿੱਚੋਂ ਦੀ ਲੰਘੇ ਆ ਇਸ ਦੇਸ਼ ਦੇ ਵਿੱਚ, ਔਰ ਉਹ ਕ੍ਰਾਂਤੀ ਦੇ ਉਹ ਇੱਕ ਕਿਸਮ ਦੇ ਆਰਕੀਟੈਕਟ ਜਿਹੜੇ ਨਾ ਉਹ ਸਾਬਤ ਹੋਏ ਆ। ਇਸ ਕਰਕੇ ਫਿਲਮ ਉਹਨਾਂ ਦੇ ਉੱਤੇ ਬਣਾਈਏ। ਸੋ ਇਸ ਤਰ੍ਹਾਂ ਅਸੀਂ ਇਸ ਥੀਮ ਨੂੰ ਚੁਣਿਆ। ਮੇਰਾ ਖਿਆਲ ਹੈ ਕਿ ਪਹਿਲੇ ਸਵਾਲ ਦਾ ਜਵਾਬ ਇਹੀ ਸੀ ਕਿ ਜਨਰੇਸ਼ਨ ਸਾਡੀ ਜਿਹੜੀ ਆ ਤੇ ਆਉਣ ਵਾਲਾ ਭਵਿੱਖ ਆ ਜਿਹੜਾ ਉਹ ਐਨੀਮੇਸ਼ਨ ਦਾ ਆ। ਐਨੀਮੇਸ਼ਨ ਜਿਹੜੀ ਆ ਉਹਦੇ ਤੇ ਛੋਟੇ ਛੋਟੇ ਬੱਚੇ ਤੋਂ ਲੈ ਕੇ ਤਾਂ ਬਹੁਤ ਸਿਆਣੇ ਬੰਦਿਆਂ ਤੱਕ, ਇੰਟੈਲੈਕਚੁਅਲਸ ਤੱਕ ਨੂੰ ਜਿਹੜਾ ਨਾ ਉਹ ਟੱਚ ਕੀਤਾ ਜਾ ਸਕਦਾ ਹੈ। ਇਸ ਕਰਕੇ ਇਸ ਫੀਲਡ ਨੂੰ ਅਡਾਪਟ ਕੀਤਾ ਜਾਵੇ। ਜਾਨਾ ਜੀ, ਸਾਡੇ ਦੇਸ਼ ਦੇ ਵਿੱਚ ਬਾਬਾ ਸਾਹਿਬ ਦਾ ਜੀਵਨ ਜ਼ਿਆਦਾਤਰ ਸੰਵਿਧਾਨ ਦੇ ਨਾਲ, ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਜਾਣਿਆ ਜਾਂਦਾ। ਤੁਸੀਂ ਹੋਰ ਕਿਹੜੇ ਪੱਖ ਉਹਨਾਂ ਦੇ ਇਸ ਫਿਲਮ ਦੇ ਵਿੱਚ ਜਿਨ੍ਹਾਂ ਤੋਂ ਪਰਦਾ ਉਠਾਇਆ? ਇੱਕ ਤਾਂ ਜੰਮੂ ਸਾਹਿਬ ਇਹ ਜਿਹੜਾ ਨਾ ਮੈਂ ਸਮਝਦਾ ਕਿ ਬਹੁਤ ਇਨਸਾਫ ਵਾਲੀ ਗੱਲ ਨਹੀਂ ਹੋਈ ਕਿ ਬਾਬਾ ਸਾਹਿਬ ਦੀ ਦੇਣ ਨੂੰ ਸੰਵਿਧਾਨ ਦੇ ਨਾਲ ਜੋੜ ਕੇ ਅਸੀਂ ਦੇਖਦੇ ਹਾਂ, ਸਿਰਫ ਸੰਵਿਧਾਨ ਦੇ ਨਾਲ। ਦੂਸਰਾ ਇਹ ਆ ਕਿ ਜਿਹੜੀ ਉਹਨਾਂ ਦੀ ਸਟਰਗਲ ਹੈਗੀ ਆ, ਉਸ ਨੂੰ ਵੀ ਇਸ ਤਰ੍ਹਾਂ ਹੀ ਲਿਆ ਜਾਂਦਾ ਆ ਕਿ ਸ਼ਾਇਦ ਉਹਨਾਂ ਨੇ ਅਛੂਤ ਜਿਹੜੀ ਜਨਸੰਖਿਆ ਹੈ, ਜਾਂ ਜਿਨ੍ਹਾਂ ਨੂੰ ਉਦੋਂ ਅਛੂਤ ਕਿਹਾ ਜਾਂਦਾ ਸੀ, ਦੱਬੇ ਕੁਚਲਿਆਂ ਵਾਸਤੇ ਹੀ ਜਿਹੜਾ ਉਹਨਾਂ ਨੇ ਕੀਤਾ। ਇਹ ਦੋਵੇਂ ਗੱਲਾਂ ਹੈਗੀਆਂ ਤਾਂ ਹੈ, ਬਹੁਤ ਮਹੱਤਵਪੂਰਨ ਹੈ, ਪਰ ਉਹ ਬਾਬਾ ਸਾਹਿਬ ਦੇ ਜੀਵਨ ਨੂੰ ਸੰਪੂਰਨ ਤੌਰ ਤੇ ਪ੍ਰੋਜੈਕਟ ਨਹੀਂ ਕਰਦੀਆਂ। ਔਰ ਉਹ ਨਾ ਕਿਸੇ ਇੱਕ ਭਾਈਚਾਰੇ ਦੇ ਨੇਤਾ ਸੀਗੇ, ਉਹਨਾਂ ਦੇ ਵਾਸਤੇ ਹੀ ਕੀਤਾ ਉਹਨਾਂ ਨੇ, ਨਾ ਹੀ ਸਿਰਫ ਉਹਨਾਂ ਨੇ ਸੰਵਿਧਾਨ ਜਿਹੜਾ ਕਿ ਬਹੁਤ ਹੀ ਉਹਨਾਂ ਦੀ ਵੱਡੀ ਦੇਣ ਦੇ ਵਿੱਚੋਂ ਇੱਕ ਦੇਣ ਆ, ਪਰ ਉਹਨਾਂ ਦੀ ਜਦੋਂ ਅਸੀਂ ਸਟਰਗਲ ਦੇਖਦੇ ਹਾਂ ਤਾਂ ਉਹਦੇ ਵਿੱਚ ਹੋਰ ਵੀ ਬਹੁਤ ਵੱਡੇ ਕਾਰਨਾਮੇ ਉਹਨਾਂ ਦੇ ਹੈਗੇ ਆ
ਜਿਹੜੇ ਲੋਕਾਂ ਨੂੰ ਉਸ ਤਰ੍ਹਾਂ ਸਪਸ਼ਟ ਨਹੀਂ ਹੈ ਜਿਸ ਤਰ੍ਹਾਂ ਹੋਣੇ ਚਾਹੀਦੇ ਆ। ਹਾਂਜੀ, ਮਸਲ ਔਰ ਉਹਨਾਂ ਦੀ ਮਿਸਾਲ ਦੇ ਜਿਹੜੀ ਤੌਰ ਤੇ- ਸਟਰਗਲ ਹੈਗੀ, ਮਿਸਾਲ ਦੇ ਤੌਰ ਤੇ ਉਹਨਾਂ ਦੀ ਜਿਹੜੀ ਜਿਹੜਾ ਸਮਾਜਿਕ ਰੈਵੋਲੂਸ਼ਨ ਕਰਨਾ ਨਾ, ਹਾਂਜੀ ਇਹ ਪਹਿਲੀ ਵਾਰ, ਹਾਂ, ਬਹੁਤ ਦੇਰ ਤੋਂ ਹੀ ਛੂਤ ਛਾਤ ਦੇ ਖਿਲਾਫ ਜੰਗ ਲੜੀ ਜਾ ਰਹੀ ਸੀ ਇਸ ਦੇਸ਼ ਦੇ ਵਿੱਚ। ਹਾਂਜੀ ਅਸੀਂ ਸਾਰੇ ਜਾਣਦੇ ਹਾਂ। ਅਸੀਂ ਜੇ ਆਪਣੇ ਪੰਜਾਬ ਤੱਕ ਜਾਂ ਸਾਡੇ ਆਪਣੇ ਜਿਹੜੇ ਪਿਛੋਕੜ ਦੇ ਜਿਹੜਾ ਸਾਡੇ ਨਾਲ ਸਿੱਧਾ ਜੁੜਿਆ ਹੋਇਆ ਉਹਨੂੰ ਹੀ ਲਈਏ ਤਾਂ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਬਹੁਤ ਸਾਰੇ ਸੰਤਾਂ ਨੇ, ਹਨਾ, ਬਹੁਤ ਸਾਰੇ ਜਿਹੜੇ ਆ ਸਮਾਜ ਦੇ ਆਗੂਆਂ ਨੇ, ਗੁਰੂ ਰਵਿਦਾਸ ਮਹਾਰਾਜ ਨੇ, ਔਰ ਇਸੇ ਤਰ੍ਹਾਂ ਕਬੀਰ ਸਾਹਿਬ ਨੇ, ਇਸ ਤਰ੍ਹਾਂ ਹੋਰ ਸਾਰੇ ਬਹੁਤ ਲੜਾਈ ਲੜੀ ਜਿਸ 'ਚ ਗੁਰੂ ਸਾਹਿਬਾਨ ਦਾ ਮੇਜਰ ਰੋਲ ਰਿਹਾ ਹੈ ਕਿ ਹਾਂਜੀ। ਜਾਤ ਪਾਤ ਦੇ ਖਿਲਾਫ ਜਿਹੜੀ ਨਾ ਉਹ ਇੱਕ ਮੰਨ ਲਓ ਜਿਸ ਲੈਵਲ ਤੇ ਲੜੀ ਗਈ, ਉਸ ਤੋਂ ਬਾਅਦ ਦਾ ਜਿਹੜਾ ਇਹਨਾਂ ਨੇ ਜੋ ਲੈ ਕੇ ਆਏ, ਉਹ ਲੈ ਕੇ ਜਿਹੜਾ ਆਏ ਨਾ, ਉਹ ਵੱਖਰੀ ਚੀਜ਼ ਇਹ ਸੀ ਕਿ ਖੁਦ ਲੋਕ ਜਦੋਂ ਉੱਠ ਕੇ ਨਹੀਂ ਤੁਰਨਗੇ, ਹਨਾ, ਹਾਂਜੀ ਸੰਘਰਸ਼ 'ਚ ਨਹੀਂ ਪੈਣਗੇ, ਤਾਂ ਉਹ ਅਚੀਵਮੈਂਟ ਜਿਹੜੀ ਉਹਨਾਂ ਦੀ ਲੋੜ ਹੈਗੀ ਆ ਉਹ ਨਹੀਂ ਕੀਤੀ ਜਾ ਸਕਦੀ। ਠੀਕ। ਯਾਨੀ ਪਹਿਲੀ ਵਾਰ ਇਹ ਹੋਇਆ ਕਿ ਉਹ ਹਜ਼ਾਰਾਂ ਲੋਕਾਂ ਨੂੰ ਜਾਗਰਤ ਕਰਕੇ ਸੰਘਰਸ਼ ਵਿੱਚ ਪਾਉਣ ਦੇ ਜਿਹੜਾ ਨਾ ਉਹ ਸਫਲ ਹੋ ਗਏ। ਹਾਂਜੀ ਔਰ ਇਹੀ ਉਹਨਾਂ ਦਾ ਫਲਸਫਾ ਸੀਗਾ ਕਿ ਜਿੰਨੀ ਦੇਰ ਤੁਸੀਂ ਉੱਠ ਕੇ ਸੰਘਰਸ਼ ਨਹੀਂ ਕਰੋਗੇ, ਤੁਹਾਨੂੰ ਕੁਝ ਪ੍ਰਾਪਤ ਹੋਣ ਵਾਲਾ ਨਹੀਂ ਹੈਗਾ। ਔਰ ਉਹਦੇ ਵਿੱਚ ਜਿਹੜਾ ਨਾ ਉਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ। ਇੱਕ ਤਾਂ ਇਹ ਉਹਨਾਂ ਦਾ ਜਿਹੜਾ ਛੂਤ ਛਾਤ ਦੇ ਇੱਕ ਸਮਾਜਿਕ ਲੈਵਲ ਦੇ ਉੱਤੇ ਸੰਘਰਸ਼ ਲੜਨ ਦਾ ਇੱਕ ਜਿਹੜਾ ਨਾ ਵਿਧਾ ਸੀਗੀ, ਉਹ ਉਹਨਾਂ ਦੀ ਬਹੁਤ ਵੱਡੀ ਦੇਣ ਸੀ, ਜਿਹੜੀ ਸਾਡੀ ਸੁਸਾਇਟੀ ਨੂੰ ਉਹਨਾਂ ਨੇ ਕਹਿ ਲਈਏ ਕਿ ਇੱਕ ਰੈਵੋਲੂਸ਼ਨ ਲਿਆਂਦਾ ਜਿਹੜਾ ਇਹਦੇ ਅੰਦਰ। ਉਹਦੀ ਉਹਨਾਂ ਨੇ ਸ਼ੁਰੂਆਤ ਕਰਨ ਵਾਲਿਆਂ ਵਿੱਚੋਂ ਉਹ ਪਹਿਲੇ ਐਸੇ ਚਿੰਤਕ ਤੇ ਸੰਘਰਸ਼ਸ਼ੀਲ ਬੰਦੇ ਸੀਗੇ। ਔਰ ਦੂਸਰਾ ਇਹ ਆ ਕਿ ਰਾਜਨੀਤੀ, ਜਾਨੇ ਤੁਸੀਂ ਇੱਕ ਕਿਹਾ ਵੀ ਉਹ ਬੜੇ ਵੱਡੇ ਅਰਥ ਸ਼ਾਸਤਰੀ ਸੀਗੇ, ਉਹ ਆਰਥਿਕ ਮਾਹਰ ਸੀ, ਇਹੋ ਜੀ ਕੀ ਗੱਲ ਉਹਨਾਂ ਕੀਤੀ ਆਰਥਿਕਤਾ ਦੇ ਖੇਤਰ 'ਚ? ਦੇਖੋ, ਜਦੋਂ ਉਹ ਅਜੇ ਲੰਡਨ ਹੀ ਪੜ੍ਹਦੇ ਸੀ ਨਾ ਆਪਣੇ, ਤੇ ਉਹਨਾਂ ਨੇ ਪਹਿਲੀ ਵਿਦਿਆ ਤਾਂ ਆਪਣੀ ਅਮਰੀਕਾ 'ਚ ਲਈ ਸੀ, ਕੋਲੰਬੀਆ ਯੂਨੀਵਰਸਿਟੀ ਦੇ ਵਿੱਚ। ਇੱਥੋਂ ਵਿਦੇਸ਼ਾਂ ਦੇ ਵਿੱਚ ਜਦੋਂ ਉਹ ਕਰਨ ਗਏ, ਉੱਥੇ ਦੀਆਂ ਵੀ ਉਹਨਾਂ ਦੇ ਜਿਹੜੇ ਨਵੇਂ ਥੀਸਿਸ ਸੀਗੇ, ਉਹਨਾਂ ਦੇ ਪਿੱਛੇ ਵੀ ਜਿਹੜਾ ਬ੍ਰਿਟਿਸ਼ ਇੰਡੀਆ ਦਾ ਜਿਹੜਾ ਆਰਥਿਕ ਸਿਸਟਮ ਸੀਗਾ, ਉਸ ਸਮੇਂ ਦੇ ਜਿਹੜੇ ਨਾ ਆਰਥਿਕ ਰਿਸ਼ਤੇ ਸੀਗੇ, ਉਹਨਾਂ ਦੇ ਬਾਰੇ 'ਚ ਉਹਨਾਂ ਨੇ ਉਦੋਂ ਵੀ ਬਹੁਤ ਭਾਰੀ ਖੋਜ ਕੀਤੀ ਸੀਗੀ। ਔਰ ਦੂਜਾ ਇਹ ਔਰ ਉਹਨਾਂ ਦਾ ਥੀਸਿਸ ਹੈਗਾ ਬਹੁਤ ਮਸ਼ਹੂਰ ਹੈਗਾ। ਔਰ ਉਸ ਤੋਂ ਬਾਅਦ ਜਦੋਂ ਲੰਡਨ ਜਾ ਕੇ ਪੜ੍ਹਨਾ ਸ਼ੁਰੂ ਕੀਤਾ, ਉਹਨਾਂ ਦੇ ਹੋਰ ਖੋਜਾਂ ਦੇ ਨਾਲ ਉਹਨਾਂ ਦੀ ਜਿਹੜੀ ਪੁਸਤਕ ਆਈ, ਪ੍ਰੋਬਲਮ ਆਫ ਰੂਪੀ, ਰੁਪਏ ਦੀ ਸਮੱਸਿਆ, ਉਹ ਇੰਨੀ ਚਰਚਿਤ ਸੀ ਕਿ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਕਰੰਸੀਆਂ, ਦੁਨੀਆ ਭਰ ਦੀਆਂ ਕਰੰਸੀਆਂ ਕ੍ਰੈਸ਼ ਹੋ ਗਈ ਜਿਹੜੀ ਉਹਨਾਂ ਦੀ ਸਰਵਾਈਵਲ, ਦੁਬਾਰਾ ਉਹਨਾਂ ਨੂੰ ਕਿਵੇਂ ਪੈਰਾਂ ਤੇ ਲਿਆਂਦਾ ਜਾਵੇ, ਜਦੋਂ ਇਹ ਯਤਨ ਚੱਲ ਰਿਹਾ ਸੀ ਤਾਂ ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਬ੍ਰਿਟਿਸ਼ ਪਾਰਲੀਮੈਂਟ ਵੱਲੋਂ, ਜਿਹਨੂੰ ਹਿਲਟਨ ਕਮਿਸ਼ਨ ਕਹਿੰਦੇ ਆ, ਕਿ ਇਹਦੇ ਲਈ ਯਤਨ ਕੀਤੇ ਜਾਣ। ਉਹ ਵੀ ਹਿੰਦੁਸਤਾਨ ਵੀ ਆਇਆ। ਜਦੋਂ ਉਹ ਹਿੰਦੁਸਤਾਨ ਆਇਆ ਤੇ ਉਹਨਾਂ ਨੇ ਪਹਿਲਾਂ ਹੀ ਬਾਬਾ ਸਾਹਿਬ ਨੂੰ ਸਟੱਡੀ ਕੀਤਾ ਹੋਇਆ ਸੀਗਾ। ਉਹਦੇ 6 ਮੈਂਬਰ ਸੀ, 6 ਦੇ 6 ਕੋਲ ਹੀ ਜਿਹੜਾ ਨਾ ਉਹ ਬਾਬਾ ਸਾਹਿਬ ਦੀ ਕਿਤਾਬ ਪੁਸਤਕ ਜਿਹੜੀ ਹੈ ਨਾ, ਪ੍ਰੋਬਲਮ ਆਫ ਰੂਪੀ, ਫੜੀ ਹੋਈ ਸੀ, ਉਹਨਾਂ ਦੇ ਹੱਥ 'ਚ ਸੀ। ਔਰ ਉਹਨਾਂ ਨੂੰ ਜਦੋਂ ਬੁਲਾਇਆ ਗਿਆ, ਇਹ ਉਹਨਾਂ ਦੇ ਨਾਲ ਕਿ ਰੁਪਏ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ, ਇਹਦੇ 'ਚ ਕਿਹੜੀਆਂ ਤਬਦੀਲੀਆਂ, ਇਹ ਸਿੱਕੇ ਦੇ ਵਿੱਚ ਕਿਹਨਾਂ ਚੀਜ਼ਾਂ ਦੀ ਲੋੜ ਹੈਗੀ ਆ, ਉਦੋਂ ਫਿਰ ਉਹ ਬਾਬਾ ਸਾਹਿਬ ਨੇ ਜਿਹੜੇ ਉਹਨਾਂ ਨੂੰ ਸੁਝਾਅ ਦਿੱਤੇ, ਜਿਹੜੇ ਕਿ ਉਹਨਾਂ ਨੂੰ ਪਹਿਲਾਂ ਪਤਾ ਸੀ, ਬੁਲਾਇਆ ਗਿਆ ਸੀਗਾ ਕਿ ਕਮਿਸ਼ਨ ਨੂੰ ਤੁਸੀਂ ਮਿਲਣਾ ਆ। ਉਹਨਾਂ ਦੇ ਕੋਲ ਇੱਕ ਜਿਹੜੀ ਯੋਜਨਾ ਤਿਆਰ ਕੀਤੀ ਹੋਈ ਸੀ, ਜਿਹੜਾ ਉਹਨਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਰੁਪਇਆ ਹੈਂਡਲ ਨਹੀਂ ਕਰਨਾ ਚਾਹੀਦਾ। ਹਿਲਟਨ ਕਮਿਸ਼ਨ ਦੇ ਮੈਂਬਰ ਜਿਹੜੇ ਬੜੇ ਇਸ ਗੱਲ ਦੇ ਸੀ ਵੀ ਫਿਰ ਜੇ ਨਹੀਂ ਸਰਕਾਰ ਹੈਂਡਲ ਕਰੇਗੀ ਤਾਂ ਫਿਰ ਕੌਣ ਕਰੇਗਾ। ਉਦੋਂ ਉਹਨਾਂ ਦਾ ਇਹ ਸੁਝਾਅ ਸੀ ਕਿ ਉਹ ਬੈਂਕ ਜਿਹਦੇ ਮਾਲਕ ਲੋਕ ਹੋਣ, ਉਹ ਬੈਂਕ ਐਸਾ ਸਥਾਪਿਤ ਕੀਤਾ ਜਾਵੇ ਜਿਹਦੇ ਮਾਲਕ ਲੋਕ ਹੋਣ। ਉਹ ਕਹਿੰਦੇ ਕਿ ਉਹਦਾ ਪੂਰਾ ਪਲਾਨ ਜਿਹੜਾ ਉਹਨਾਂ ਕੋਲ ਬਣਾਇਆ ਸੀ, ਉਹ ਉਹਨਾਂ ਕੋਲੋਂ ਲੈ ਗਏ, ਜਿਹੜਾ ਫਿਰ ਮੇਰਾ ਖਿਆਲ ਹੈ ਕਿ ਜੇ ਮੈਂ ਭੁੱਲਦਾ ਨਹੀਂ ਤਾਂ 1935 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਉਹਨੂੰ ਪਾਸ ਕਰ ਦਿੱਤਾ। ਪਾਸ ਕਰਨ ਦਾ ਨਤੀਜਾ ਨਿਕਲਿਆ ਕਿ ਸਾਡੀ ਰਿਜ਼ਰਵ ਬੈਂਕ ਆਫ ਇੰਡੀਆ ਹੋਂਦ ਵਿੱਚ ਆਈ।
ਠੀਕ ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਬਾਬਾ ਸਾਹਿਬ ਦੇ ਉਸ ਆਰਥਿਕ ਯੋਜਨਾਬੰਦੀ ਦਾ ਜਿਹੜਾ ਪਲਾਨ ਸੀਗਾ ਉਹਦਾ ਉਹ ਨਤੀਜਾ ਸੀ। ਇਸ ਕਰਕੇ ਅਰਥ ਸ਼ਾਸਤਰੀ ਇਹੀ ਨਹੀਂ ਕਿ ਉਹਨਾਂ ਨੇ ਭਾਰਤ ਦੇ ਪੁਰਾਣੇ ਵਪਾਰਕ ਰਿਸ਼ਤਿਆਂ ਨੂੰ, ਇਕਨੋਮਿਕ ਰਿਸ਼ਤਿਆਂ ਨੂੰ ਸਟੱਡੀ ਕੀਤਾ ਹੋਇਆ ਸੀਗਾ। ਇੱਥੇ ਇੱਕ ਨਵੀਂ ਕਿਸਮ ਦੇ ਬੈਂਕ ਦਾ ਹੋਂਦ ਵਿੱਚ ਆਉਣਾ ਉਹ ਉਹਨਾਂ ਦੀ ਯੋਜਨਾ ਦਾ ਹਿੱਸਾ ਸੀ। ਠੀਕ ਠੀਕ ਔਰ ਇਸ ਕਰਕੇ ਮਤਲਬ ਉਹ ਇਸ ਲੈਵਲ ਦੇ ਇਕੋਨੋਮਿਸਟ ਸਨ ਕਿ ਉਹਨਾਂ ਦੇ ਜਿਹੜੇ ਉਸ ਸਮੇਂ ਦੇ ਵਰਲਡ ਫੇਮਸ ਇਕੋਨੋਮਿਸਟ ਸੀ, ਉਹਨਾਂ ਦੇ ਕਈ ਬੇਸਿਕ ਪੁਆਇੰਟਸ ਦੇ ਉੱਤੇ ਉਹਨਾਂ ਦੀ ਸਹਿਮਤੀ ਨਹੀਂ ਸੀ, ਅਸਹਿਮਤੀ ਸੀ, ਜਿਸ ਦਾ ਹਿਲਟਨ ਕਮਿਸ਼ਨ ਨੂੰ ਵੀ ਪਤਾ ਸੀ। ਸੋ ਇਸ ਕਰਕੇ ਇਹ ਤਾਂ ਮੈਂ ਕਹਿੰਦਾ ਕਿ ਉਹ ਬੜੇ ਵੱਡੇ ਇਕੋਨੋਮਿਸਟ ਵੀ ਸੀਗੇ, ਉਹ ਬਹੁਤ ਵੱਡੇ ਪੋਲੀਟੀਸ਼ੀਅਨ ਵੀ ਸਾਬਤ। ਹਾਂਜੀ ਚਾਨਾ ਜੀ, ਇੱਕ ਗੱਲ ਇਹ ਹੈਗੀ ਵੀ ਉਹ ਸਿੱਖ ਧਰਮ ਅਪਣਾਉਣਾ ਚਾਹੁੰਦੇ ਸੀਗੇ ਪਰ ਉਹ ਅਪਣਾ ਨਹੀਂ ਸਕੇ। ਕੀ ਕਾਰਨ ਕੀ ਹੋਇਆ? ਇਹ ਫਿਲਮ ਦੇ ਵਿੱਚ ਇਸ ਰਹੱਸ ਤੋਂ ਪਰਦਾ ਉੱਠੇਗਾ? ਹਾਂ, ਇਸ ਰਹੱਸ ਤੋਂ ਪਰਦਾ ਉੱਠੇਗਾ ਕਿਉਂਕਿ ਜੇ ਮੈਂ ਹੁਣ ਉਠਾਵਾਂਗਾ ਤਾਂ ਫਿਰ ਫਿਲਮ ਦੇਖਣ ਦਾ ਮਜ਼ਾ ਕੋਈ ਨਹੀਂ ਰਹਿਣਾ। ਠੀਕ ਠੀਕ। ਕਿਉਂਕਿ ਜਦੋਂ ਉਹਨਾਂ ਨੇ ਆਪਣੀ ਇਸ ਸੰਘਰਸ਼, ਜਾਤ ਪਾਤ ਦੇ ਖਿਲਾਫ ਸੰਘਰਸ਼ ਵਿੱਚੋਂ ਦੀ ਗੁਜ਼ਰਦਿਆਂ ਹੋਇਆਂ ਕਿ ਲੋਕਾਂ ਨੂੰ ਅਛੂਤ ਕਹੇ ਜਾਂਦੇ ਸੋ ਕਾਲ ਜਾਂ ਕਥਿਤ ਅਛੂਤ ਕਮਿਊਨਿਟੀ ਨੂੰ ਹੱਕ ਹੀ ਨਹੀਂ ਸੀਗਾ ਕਿ ਉਹ ਪਬਲਿਕ ਪੌਂਡ ਦੇ ਉੱਤੋਂ ਜਾਂ ਸਰਵਜਨਕ ਥਾਂ ਤੋਂ ਪਾਣੀ ਵੀ ਪੀ ਸਕਣ, ਹਾਂਜੀ, ਉਹ ਮੰਦਰ ਜਾ ਸਕਣ, ਜਾਂ ਉਹ ਆਪਣੇ ਈਸ਼ਵਰ ਦੀ ਪੂਜਾ ਕਰ ਸਕਣ ਦਾ ਵੀ ਉਹਨਾਂ ਨੂੰ, ਜਿਨ੍ਹਾਂ ਨੂੰ ਉਹ ਕਰਨਾ ਚਾਹੁੰਦੇ ਆ ਨਾ। ਜਦੋਂ ਇਹਦੇ ਖਿਲਾਫ ਉਹ ਸੰਘਰਸ਼ ਦੇ ਵਿੱਚੋਂ ਦੀ ਗੁਜ਼ਰ ਰਹੇ ਸੀ ਤਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਰੋਧ ਹੁੰਦਾ ਸੀ ਜਾਂ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ, ਉਹਨਾਂ ਨੇ ਓਪਨਲੀ ਐਲਾਨ ਕਰ ਦਿੱਤਾ ਕਿ ਮੈਂ ਹਿੰਦੂ ਨਹੀਂ ਰਹਿਣਾ। ਉਹ ਕਹਿੰਦੇ ਆ ਕਿ ਇਹ ਤਾਂ ਮੇਰੇ ਵੱਸ 'ਚ ਨਹੀਂ ਸੀ ਕਿ ਮੈਂ ਇੱਕ ਅਛੂਤ ਹਿੰਦੂ ਫੈਮਿਲੀ 'ਚ ਪੈਦਾ ਹੋਇਆ ਪਰ ਮੈਂ ਮਰਾਂਗਾ ਹਿੰਦੂ ਨਹੀਂ। ਠੀਕ। ਇਸ ਨੇ, ਉਹਨਾਂ ਦੇ ਇਸ ਬਿਆਨ ਨੇ ਸਮਾਜ ਦੇ ਵਿੱਚ ਤਰਥੱਲੀ ਮਚਾ ਦਿੱਤੀ। ਵੱਖਰੇ ਵੱਖਰੇ ਧਰਮਾਂ ਦੇ ਜਿਹੜੀਆਂ ਸੰਸਥਾਵਾਂ ਸੀ, ਧਾਰਮਿਕ ਸੰਸਥਾ, ਉਹਨਾਂ ਨੂੰ ਅਪਰੋਚ ਕਰਨਾ ਵੀ ਸ਼ੁਰੂ ਕਰ ਦਿੱਤਾ ਕਿ ਤੁਸੀਂ ਜੇ ਨਹੀਂ ਰਹਿਣਾ ਤਾਂ ਤੁਸੀਂ ਸਾਡੇ 'ਚ ਸ਼ਾਮਲ ਹੋ ਜਾਓ। ਠੀਕ। ਲੇਕਿਨ ਫਾਈਨਲੀ ਕੀ ਹੋਇਆ ਕਿ ਉਹਨਾਂ ਨੇ ਸਿੱਖ ਧਰਮ ਵੱਲ ਵੀ, ਔਰ ਉਹਦੇ ਪ੍ਰਤੀ ਉਹਨਾਂ ਦਾ ਖਾਸ ਝੁਕਾਓ ਸੀਗਾ। ਉਹ ਬਰਾਬਰਤਾ ਦਾ ਜਿਹੜਾ ਫਲਸਫਾ ਇਹਦੇ ਵਿੱਚ ਹੈ ਨਾ, ਸਰਬੱਤ ਦੇ ਭਲੇ ਦਾ ਜਿਹੜਾ ਫਲਸਫਾ ਹੈਗਾ, ਜਾਂ ਕਿਰਤ ਦੀ ਉਪਮਾ ਦਾ, ਕਿਰਤ ਦੀ ਕਦਰ ਦਾ ਫਲਸਫਾ ਹੈ, ਨੀਚਾ ਅੰਦਰ ਨੀਚ ਜਾਤ ਵਾਲੀ ਜਿਹੜੀ ਗੱਲ ਹੈ, ਉਹਦੇ ਤੋਂ ਉਹ ਪ੍ਰਭਾਵਿਤ ਸੀਗੇ। ਉਹਨਾਂ ਨੇ ਫਿਰ ਵੀ ਇਸ ਨੂੰ ਸਟੱਡੀ ਕਰਨ ਦੇ ਲਈ ਇੱਕ ਡੈਲੀਗੇਸ਼ਨ ਭੇਜਿਆ ਹੋਇਆ ਸੀ ਅੰਮ੍ਰਿਤਸਰ ਪਹਿਲਾਂ ਹੀ, ਹਨਾ। ਅੱਛਾ ਜੀ। ਫਿਰ ਉਹ ਆਏ ਇਸ ਕਰਕੇ ਮਤਲਬ ਅਡਾਪਟ ਕਰਨ ਦੇ ਦ੍ਰਿਸ਼ਟੀਕੋਣ ਤੋਂ ਨਹੀਂ, ਲੇਕਿਨ ਉਹ ਸਿੱਖ ਧਰਮ ਦੇ ਇੱਥੇ ਰਹੇ। ਉਹਨਾਂ ਨੂੰ ਜਿੰਨਾ ਵੱਡਾ ਸਨਮਾਨ ਦਿੱਤਾ ਗਿਆ ਉਹ ਸ਼ਾਇਦ ਮੈਨੂੰ ਨਹੀਂ ਪਤਾ ਹੈ ਵੀ ਕਿਸੇ ਹੋਰ ਵੀ ਪੋਲੀਟੀਕਲ ਲੀਡਰ ਨੂੰ ਐਸਾ ਸਨਮਾਨ ਮਿਲਿਆ ਹੋਵੇ ਕਿ ਉਹਨਾਂ ਨੂੰ 2 ਘੋੜਿਆਂ ਵਾਲੀ ਬੱਗੀ ਤੇ ਬਿਠਾ ਕੇ ਅੰਮ੍ਰਿਤਸਰ ਦੇ ਵਿੱਚ ਸ਼ੋਭਾ ਯਾਤਰਾ ਕਰਾਈ ਗਈ ਤੇ ਉਹਨਾਂ ਦੇ ਨਾਲ ਬੈਠੇ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਸਰਦਾਰ ਵਿਸਾਖਾ ਸਿੰਘ ਸੀਗੇ ਉਦੋਂ, ਹਨਾ। ਫਿਰ ਐਸਜੀਪੀਸੀ ਨੇ ਮੀਟਿੰਗ ਵੀ ਕੀਤੀ। ਫਿਰ ਉਹਨਾਂ ਦੀ ਇਸ ਡਿਮਾਂਡ ਦੇ ਉੱਤੇ, ਮੰਗ ਦੇ ਉੱਤੇ ਖਾਲਸਾ ਕਾਲਜ ਦੀ ਸਥਾਪਨਾ ਜਿਹੜੀ ਬੰਬਈ 'ਚ ਹੁਣ ਵੀ ਚੱਲਦਾ, ਉਹ ਉਸ ਵਿਜ਼ਿਟ ਦਾ ਨਤੀਜਾ ਹੀ ਸੀਗਾ। ਔਰ ਉਹ ਇਸ ਸਥਿਤੀ ਤੱਕ ਪਹੁੰਚ ਗਏ ਸੀਗੇ ਕਿ ਸ਼ਾਇਦ ਸਿੱਖ ਧਰਮ ਅਡਾਪਟ ਕਰਨ ਦਾ ਐਲਾਨ ਹੀ ਕਰਨ ਵਾਲੇ ਸੀ। ਤੇ ਫਿਰ ਵਿੱਚ ਕੀ ਹੋਇਆ ਉਹ ਤੁਸੀਂ ਫਿਲਮ 'ਚ ਦੇਖਿਓ ਕਿ ਬਾਅਦ ਦੇ ਵਿੱਚ ਫਿਰ ਇਹ ਪੋਸਟਪੋਨ ਕਿਉਂ ਹੋ ਗਿਆ ਸੀ ਕੰਮ, ਹਨਾ। ਉਹਦੇ 'ਚੋਂ ਤੁਹਾਨੂੰ ਜ਼ਰੂਰ ਪਤਾ ਲੱਗੇਗਾ। ਔਰ ਹੁਣ ਵੀ ਸਿੱਖ ਸਕਾਲਰ ਵੀ ਅਜੇ ਤੱਕ ਵੀ ਇਸ ਖੋਜ ਤੋਂ ਪਰਦਾ ਉਠਾਉਣ ਦੇ ਵਿੱਚ ਲੱਗੇ ਹੋਏ, ਇਸ ਸੱਚ ਤੋਂ ਕਿ ਅਸਲ ਵਿੱਚ ਕੀ ਗੱਲ ਹੋਈ ਸੀ, ਕਿ ਕੀ ਕੁਝ ਸਿੱਖ ਆਗੂਆਂ ਦਾ ਵੀ ਰੋਲ ਸੀ ਇਹਦੇ 'ਚ, ਤਾਂ ਜਾਂ ਕੀ ਇਹਦੇ ਵਿੱਚ ਕਿਸੇ ਹੋਰ ਧਿਰਾਂ ਦਾ ਵੀ ਰੋਲ ਸੀ। ਉਹਦੇ ਬਾਰੇ ਹੁਣ ਲੇਟਲੀ ਕਿਤਾਬਾਂ ਵੀ ਕਈ ਆ ਗਈਆਂ ਹੋਈਆਂ ਇਹ ਜਾਣਨ ਵਾਸਤੇ ਕਿ ਕੀ ਹੋਇਆ ਸੀ ਉਦੋਂ। ਲੇਕਿਨ ਫਿਲਮ ਵਿੱਚ ਇਸ ਗੱਲ ਤੋਂ ਤੁਹਾਨੂੰ ਕਾਫੀ ਪਤਾ ਲੱਗ ਜਾਏਗਾ ਕਿ ਪੋਸਟਪੋਨ ਕਰਨ ਦਾ ਫੌਰੀ ਉਸ ਸਮੇਂ ਦਾ ਕੀ ਕਾਰਨ ਸੀਗਾ। ਜੋ ਅਡਾਪਟ ਕਰ ਲੈਂਦੇ ਤਾਂ ਸਿੱਖ ਧਰਮ ਮੇਰੇ ਖਿਆਲ ਵੱਡੇ ਧਰਮਾਂ 'ਚੋਂ ਹਿੰਦੁਸਤਾਨ ਦੇ ਵਿੱਚ ਹੋ ਜਾਣਾ ਸੀ। ਉਹ ਇਸ ਤਰ੍ਹਾਂ ਸੀ ਜੀ ਕਿ ਜਿੰਨੀ ਪਾਪੂਲੇਸ਼ਨ ਉਸ ਸਮੇਂ ਜਦੋਂ ਵੰਡ ਨਹੀਂ ਸੀ ਹੋਈ, ਜਿੰਨੀ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ ਉਨੀ ਹੀ ਦਲਿਤਾਂ ਦੀ ਸੀ। 5.5 ਕਰੋੜ। ਹੁਣ ਦੇਸ਼ ਦੇ ਵੰਡੇ ਜਾਣ ਤੋਂ ਬਾਅਦ ਕੀ ਹੋਣਾ ਸੀਗਾ
ਕਿ ਸ਼ਾਇਦ ਸਭ ਤੋਂ ਹਿੰਦੂ ਧਰਮ ਨੂੰ ਛੱਡ ਕੇ ਸਭ ਤੋਂ ਵੱਡੇ ਧਰਮਾਂ ਦੇ ਵਿੱਚੋਂ ਇਹੀ ਧਰਮ ਹੁੰਦਾ ਹਨਾ ਜੇ, ਠੀਕ ਕਿਉਂਕਿ ਉਹਨਾਂ ਦੇ ਨਾਲ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੀ ਜਿਹੜੇ ਨਾ ਉਹ ਆਪਣਾ ਧਰਮ ਅਡਾਪਟ ਨਵਾਂ ਕਰਨ ਨੂੰ ਤਿਆਰ ਹੋ ਜਾਣੇ ਸੀ ਜਦੋਂ ਵੀ ਉਹਨਾਂ ਨੇ ਕਰਨਾ ਜੀ। ਇਸੇ ਤਰ੍ਹਾਂ ਪਰ ਉਹ ਬਹੁਤ ਆਪਣੇ ਮਗਲੇ ਦਿਨਾਂ 'ਚ ਜਾ ਕੇ ਜਿਹੜਾ ਨਾ ਉਹ ਬੁੱਧ ਧਰਮ ਨੂੰ ਅਡਾਪਟ ਕਰਦੇ ਨੇ। ਉਹ ਵੱਖਰੀ ਕਹਾਣੀ, ਉਹਦੇ ਵੀ ਤੁਹਾਨੂੰ ਇਹਦੇ ਚੋਂ ਸਮਝ ਲੱਗ ਜਾਏਗੀ ਫਿਲਮ ਦੇ ਵਿੱਚੋਂ ਕਿ ਕੀ ਹੋਇਆ ਸੀ। ਤੇ ਇੱਕ ਚਾਹਨਾ ਜੀ ਉਸ ਸਮੇਂ 1917 ਦੇ ਵਿੱਚ ਰੂਸੀ ਇਨਕਲਾਬ ਹੋਇਆ ਸੀਗਾ, ਉਹਨੇ ਵੀ ਬਰਾਬਰਤਾ ਦਾ ਹੋਰ ਪਾਕ 'ਚ ਕਾਫੀ ਵੱਡਾ ਰੋਲ ਨਿਭਾਇਆ, ਤੇ ਕੀ ਉਹ ਇਹਦੇ ਤੇ ਅਪੇਜਰ ਹੈ, ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਹੋਇਆ ਮਾਰਕਸਿਜ਼ਮ ਥਿਊਰੀ ਦਾ? ਨਹੀਂ, ਮਾਰਕਸਿਜ਼ਮ ਵੀ ਉਹਨਾਂ ਨੇ ਬੜਾ ਬਰੀਕੀ ਦੇ ਨਾਲ ਪੜ੍ਹਿਆ ਹੋਇਆ ਸੀ, ਜਿਹੜਾ ਮਤਲਬ ਕਿਉਂਕਿ ਇਹ ਕਿ ਥਿਓਰੈਟੀਕਲ ਕਿਸਮ ਦੀ ਕੋਈ ਫਿਲਮ ਨਹੀਂ ਹੈਗੀ, ਮਤਲਬ ਕਿਉਂਕਿ ਫੀਚਰ ਫਿਲਮ ਆ। ਹਾਂਜੀ ਹਾਂਜੀ। ਪਰ ਉਹਨਾਂ ਨੇ ਮਾਰਕਸਿਜ਼ਮ ਨੂੰ ਬਹੁਤ ਡੂੰਘਾਈ ਦੇ ਨਾਲ ਸਟੱਡੀ ਕੀਤਾ ਸੀਗਾ, ਔਰ ਉਹਦੇ ਉੱਤੇ ਉਹਨਾਂ ਦੀਆਂ ਲਿਖਤਾਂ ਨੇ। ਇਹ ਵੀ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਅਮਰੀਕਾ 'ਚ ਪੜ੍ਹ ਰਹੇ ਸੀਗੇ ਤਾਂ ਉੱਥੇ ਗਦਰ ਮੂਵਮੈਂਟ ਦਾ ਕਾਫੀ ਤਕੜਾ ਜ਼ੋਰ ਸੀਗਾ। ਹਾਂਜੀ ਹਾਂਜੀ। ਔਰ ਜਦੋਂ ਲਾਲਾ ਲਾਜਪਤ ਰਾਏ ਗਏ ਉੱਥੇ, ਉਹਨਾਂ ਨੇ ਇਹਨਾਂ ਦੇ ਇੱਕ ਪ੍ਰੋਫੈਸਰ ਦੀ ਸਹਾਇਤਾ ਦੇ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਉਹ ਗਦਰ ਮੂਵਮੈਂਟ ਦੇ ਵਿੱਚ ਸ਼ਾਮਲ ਹੋ ਜਾਣ, ਹਨਾ, ਔਰ ਉਹ ਮਿਲੇ ਵੀ ਉਹਨਾਂ ਦੇ ਨਾਲ। ਸੋ ਇਸ ਕਰਕੇ ਇਹ ਨਹੀਂ ਹੈ ਕਿ ਵੀ ਉਹ ਅਭਿੱਜ ਨਹੀਂ ਸੀਗੇ, ਉਹ ਹਿੰਦੁਸਤਾਨ ਨੂੰ ਸਮਝਣ ਦਾ ਉਹਨਾਂ ਦਾ ਜਿਹੜਾ ਤਰੀਕਾ ਸੀ, ਬਕਾਇਦਾ ਮੈਂ ਇਹ ਸਮਝਦਾ ਕਿ ਇੱਕ ਸਾਇੰਟੀਫਿਕ ਨਜ਼ਰੀਏ ਤੋਂ ਹੀ ਉਹਨਾਂ ਨੇ ਸਾਡੇ ਸਮਾਜਿਕ ਸਿਸਟਮ ਨੂੰ ਸਮਝਿਆ ਸੀਗਾ। ਉਸ ਸਮੇਂ ਦੀਆਂ ਜਿਹੜੀਆਂ ਉਪਲਬਧ ਪਰਿਸਥਿਤੀਆਂ ਸੀ, ਉਹਨਾਂ ਦੇ ਵਿੱਚ ਕੀ ਕਰਨਾ ਚਾਹੀਦਾ ਆ, ਉਹਨਾਂ ਨੇ ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਹੀ ਲਾਗੂ ਕਰਕੇ ਆਪਣੇ ਦਾਅਵੇ 'ਚ ਉਲੀਕੇ ਸਨ। ਔਰ ਉਹਨਾਂ ਦਾ ਜੇ ਆਪਾਂ ਉਹਨਾਂ ਨੂੰ ਬਰੀਕੀ ਨਾਲ ਪੜਾਂਗੇ ਤਾਂ ਉਹਨਾਂ ਨੇ ਬੜੇ ਸੀਰੀਅਸ ਡਿਸਕਸ਼ਨ ਕੀਤੀ ਹੋਈ ਆ ਮਾਰਕਸਿਜ਼ਮ ਦੇ ਉੱਤੇ। ਠੀਕ, ਇਸ ਕਰਕੇ ਭੇਜ ਨਹੀਂ ਸੀਗੇ ਉਹ। ਠੀਕ। ਤੇ ਚਾਨਾ ਜੀ, ਜਿਹੜੀ ਤੁਸੀਂ ਇਹ ਫਿਲਮ ਬਣਾਈ ਜੈ ਭੀਮ, ਇਹਦੇ 'ਚ ਹੋਰ ਕੌਣ ਸ਼ਾਮਲ ਹੈ ਤੁਹਾਡਾ ਆਪਣਾ ਐਜ ਏ ਲੇਖਕ ਦੇ ਤੌਰ ਤੇ? ਹੋਰ ਕੌਣ ਕੌਣ ਸ਼ਾਮਲ ਨੇ ਤੇ ਇਹਦੇ ਤੇ ਖਰਚਾ ਕਿੰਨਾ ਕੁ ਆਇਆ ਹੋਇਆ? ਦੇਖੋ ਜੀ, ਖਰਚੇ ਦੀ ਗੱਲ ਪਹਿਲਾਂ ਨਿਬੇੜ ਲੈਂਦੇ ਆ, ਕਿਉਂਕਿ ਇਹ ਐਨੀਮੇਸ਼ਨ ਤੋਂ ਲੱਗਦਾ ਹੁੰਦਾ ਕਿ ਸ਼ਾਇਦ ਕਾਰਟੂਨ ਹੈਗੇ ਆ, ਲਾਈਨਾਂ ਲਾਈਆਂ ਹੋਣੀਆਂ ਤਾਂ ਵਾਲੇ। ਇਹਦੇ ਤੇ ਕਰੋੜਾਂ ਰੁਪਏ ਦਾ ਖਰਚ ਆਉਂਦਾ ਹੈ ਫਿਲਮ ਦੇ ਉੱਤੇ, ਔਰ ਇਹ ਛੋਟਾ ਖਰਚ ਨਹੀਂ ਹੁੰਦਾ ਹੈ। ਫਿਰ ਵੀ ਇਹ ਜਿਹੜਾ ਸਾਡਾ ਐਨੀਮੇਸ਼ਨ ਦਾ ਪ੍ਰੋਜੈਕਟ ਲਾਉਣ ਦਾ ਫੈਸਲਾ ਸੀਗਾ, ਉਹ ਮੇਰਾ ਇਕੱਲੇ ਦਾ ਨਹੀਂ ਸੀ। ਅੱਛਾ ਜੀ। ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ, ਮੇਰੇ ਉਹ ਬੜੇ ਬਚਪਨ ਦੇ ਦੋਸਤ ਨੇ। ਅਸੀਂ ਇਕੱਠੇ ਸਕੂਲ ਇੱਕ ਬੈਂਚ ਤੋਂ ਪੜ੍ਹਨਾ ਸ਼ੁਰੂ ਕੀਤਾ ਸੀ, ਹੁਣ ਵੀ ਅਸੀਂ ਇਕੱਠੇ ਆ। ਉਹਨਾਂ ਦਾ ਨਾਮ ਹੈਗਾ ਡਾਕਟਰ ਜੋਗਿੰਦਰ ਸਿੰਘ ਭੰਗਾਲੀਆ। ਅੱਛਾ ਜੀ। ਔਰ ਡਾਕਟਰ ਜੋਗਿੰਦਰ ਭੰਗਾਲੀਆ ਨਹੀਂ, ਉਹ ਦੁਬਈ 'ਚ ਰਹਿੰਦੇ ਨੇ। ਉੱਥੇ ਉਹ ਡਾਕਟਰ ਨੇ, ਆਯੁਰਵੈਦਿਕ ਦਾ ਉਹਨਾਂ ਦਾ ਹਸਪੀਟਲ ਆ, ਲੇਕਿਨ ਕੰਸਟਰਕਸ਼ਨ ਦਾ ਵੀ ਕੰਮ ਹੈਗਾ ਆ। ਔਰ ਉਹ ਸਾਡਾ ਇਹ ਸਾਂਝਾ ਫੈਸਲਾ, ਕਿਉਂਕਿ ਮੇਰਾ ਜਿਹੜਾ ਬੇਟਾ ਉਹ ਐਨੀਮੇਸ਼ਨ ਦਾ ਐਕਸਪਰਟ ਹੈਗਾ, ਨਿਊਜ਼ੀਲੈਂਡ ਤੋਂ ਪੜ੍ਹ ਕੇ ਆਇਆ ਸੀ। ਉਹ ਪ੍ਰੋਫੈਸਰ ਲੱਗੇ ਰਹੇ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ। ਤੇ ਜਿਹੜਾ ਭੰਗਾਲੀਆ ਸਾਹਿਬ ਦਾ ਬੇਟਾ, ਉਹਦੀ ਵੀ ਰੁਚੀ ਜਿਹੜੀ ਨਾ ਉਹ ਫਿਲਮਾਂ ਦੇ ਵਿੱਚ ਸੀ, ਫਿਲਮਾਂ 'ਚ ਹੈਗੀ ਆ, ਹਜੇ ਵੀ ਆ। ਔਰ ਇਹਨਾਂ ਦੋਹਾਂ ਦਾ ਫਿਰ ਇਹ ਸੀਗਾ ਕਿ ਸਾਡੀ ਇਹ ਸ਼ਰਤ ਸੀਗਾ ਕਿ ਵੀ ਪੈਸਾ ਰਿਸਕ ਤੇ ਤਾਂ ਲਾਇਆ ਜਾਏਗਾ ਜੇ ਸਾਡੇ ਨਾਇਕਾਂ ਦੇ ਉੱਤੇ ਫਿਲਮਾਂ ਬਣਾਉਣੀਆਂ। ਸੋ ਇਸ ਕਰਕੇ ਇੱਕ ਡਾਕਟਰ ਜੋਗਿੰਦਰ ਸਿੰਘ ਭੰਗਾਲੀਆ, ਉਹਨਾਂ ਦਾ ਬੇਟਾ ਜਿਹਦਾ ਨਾਂ ਹੈਗਾ ਸੋਨੂ ਭੰਗਾਲੀਆ। ਮੇਰਾ ਬੇਟਾ ਜਿਹੜਾ ਇਹਦਾ ਡਾਇਰੈਕਟਰ ਆ। ਡਾਇਰੈਕਸ਼ਨ ਇਹਦੇ ਵਿੱਚ ਦੋ ਤਰ੍ਹਾਂ ਦੀ, ਇੱਕ ਫਿਲਮ ਦੀ ਡਾਇਰੈਕਸ਼ਨ ਹੈ, ਇੱਕ ਐਨੀਮੇਸ਼ਨ ਦੀ ਡਾਇਰੈਕਸ਼ਨ ਹੁੰਦੀ ਹੈ ਨਾ। ਉਹ ਦੋਵੇਂ ਚੀਜ਼ਾਂ ਜਿਹੜੀਆਂ ਨਾ, ਉਹਦਾ ਨਾਂ ਜੱਸੀ ਚਾਨਾ ਹੈ। ਇਹਦਾ ਮਿਊਜ਼ਿਕ ਡਾਇਰੈਕਟਰ ਹੈ ਜਿਹੜਾ ਉਹ ਪਰਮ ਆਗਾਜ਼ ਹੈ। ਉਹਨਾਂ ਤੋਂ ਇਲਾਵਾ ਜਿਹੜਾ ਸਾਡੇ ਨਾਲ ਇੱਕ ਹੋਰ ਇੰਪੋਰਟੈਂਟ ਹਸਤੀ ਹੈਗੀ ਆ, ਉਹ ਇਹਦਾ ਆਰਟ ਡਾਇਰੈਕਟਰ ਹੈਗਾ, ਉਹਦਾ ਨਾਮ ਵਿਸ਼ਾਲ ਸ਼ਰਮਾ ਆ, ਔਰ ਡਾਰਲੀ ਵੀ ਕਹਿੰਦੇ ਆ ਉਹਨਾਂ ਨੂੰ। ਔਰ ਇਸ ਤੋਂ ਇਲਾਵਾ ਜਿਹੜੇ ਘੱਟ ਤੋਂ ਘੱਟ ਵੀ ਜਿਨ੍ਹਾਂ ਨੇ ਰੈਗੂਲਰ ਕੰਮ ਕੀਤਾ ਆ ਆਰਟਿਸਟਾਂ ਦਾ, ਜਿਨ੍ਹਾਂ ਦਾ ਨਾਂ ਲੈਣਾ ਬਹੁਤ ਮਤਲਬ ਸੰਭਵ ਵੀ ਨਹੀਂ ਹੈਗਾ, ਉਹ 50 ਤੋਂ ਜ਼ਿਆਦਾ ਨੇ ਜਿਹੜੇ ਇਹਦੇ 'ਚ। ਏਡੀ ਵੱਡੀ ਕਾਸਟ ਹੈ, 50 ਤੋਂ ਜ਼ਿਆਦਾ, ਏਡੀ ਵੱਡੀ, ਮਤਲਬ ਕਿਉਂਕਿ ਹਰ ਚੀਜ਼ ਕੰਪਿਊਟਰ 'ਚ ਬਣਦੀ ਆ। ਹਾਂਜੀ, ਫਰੇਮ ਬਾਈ ਫਰੇਮ ਇਹਦੀ ਜਿਹੜੀ ਉਹ ਬਣਦੀ ਹੈਗੀ ਆ। ਤੇ ਉਹ ਐਨੀਮੇਸ਼ਨ, ਇਹਦੇ ਵਿੱਚ ਕਈ ਡਿਪਾਰਟਮੈਂਟ ਹੈਗੇ ਆ, ਕਈ ਸਿਚੁਏਸ਼ਨਾਂ ਬਣਾਉਣੀਆਂ ਜਿਹਨੂੰ ਆਪਾਂ ਲੋਕੇਸ਼ਨ ਕਹਿੰਦੇ ਆ, ਫਿਰ ਉਹਦੇ 'ਚ ਰਿਗਿੰਗ ਦਾ ਹੁੰਦਾ, ਫਿਰ ਐਨੀਮੇਸ਼ਨ। ਇਹ ਰਲਾ ਕੇ 50 ਦੇ ਕਰੀਬ ਆਰਟਿਸਟ ਜਿਨ੍ਹਾਂ ਨੇ ਰੈਗੂਲਰ ਕੰਮ ਕੀਤਾ ਤੇ ਕੁਛ ਜਿਨ੍ਹਾਂ ਨੇ ਕੈਜੂਅਲ ਕੰਮ ਕੀਤਾ।
ਪਰ ਵੱਡੀ ਗੱਲ ਇਹ ਆ ਕਿ ਕਿਉਂਕਿ ਕਲਾਕਾਰ ਕਿੰਨੇ ਕੁ ਨੇ ਜੀ? ਉਹ ਕਲਾਕਾਰ ਜਿਹੜੇ ਆ, ਕਿਉਂਕਿ ਹਰ ਚੀਜ਼ ਇਹਦੇ ਚ ਇੱਕ ਘਾਹ ਦੀ ਪੱਤੀ ਤੋਂ ਲੈ ਕੇ ਇੱਕ ਕਰੈਕਟਰ ਤੱਕ ਸਾਰੇ ਕੰਪਿਊਟਰ 'ਚ ਹੀ ਬਣਦੇ ਆ। ਪਰ ਉਹਨਾਂ ਦੀ ਵਾਇਸ ਓਵਰ ਆ ਜਿਹੜੀ, ਹਾਂਜੀ, ਉਹਨਾਂ ਦੀ ਜਿਹੜੀ ਆਵਾਜ਼ ਜਿਨ੍ਹਾਂ ਨੇ ਦੇਣੀ ਹੁੰਦੀ ਆ, ਹਾਂਜੀ, ਉਹ ਬਹੁਤ ਨਾਮੀ ਆਰਟਿਸਟ ਨੇ ਬੰਬੇ ਦੇ। ਅੱਛਾ, ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਇਹਦੀ ਕਮੈਂਟਰੀ ਜਿਹੜੀ ਉਹ ਰਜ਼ਾ ਮੁਰਾਦ ਦੀ ਕੀਤੀ ਹੋਈ ਹੈ। ਅੱਛਾ ਜੀ। ਇਸ ਤਰ੍ਹਾਂ ਬਾਬਾ ਸਾਹਿਬ ਦੀ ਆਵਾਜ਼ ਦੇਣ ਵਾਲਾ, ਮਹਾਤਮਾ ਗਾਂਧੀ ਜੀ ਦਾ ਆਵਾਜ਼ ਦੇਣ ਵਾਲੇ, ਪਟੇਲ ਸਾਹਿਬ ਦੀ, ਤੇ ਹੋਰ ਜਿਹੜੇ ਸੈਂਕੜੇ, ਮੇਰਾ ਖਿਆਲ ਹੈ ਕਿ 100 ਤੋਂ ਵੱਧ ਡਿਫਰੈਂਟ ਵੌਇਸਸ ਇਹਦੇ ਚ ਹੈਗੀਆਂ ਆ, ਜਿਹੜੇ 90% ਬੰਬੇ ਦੇ ਆਰਟਿਸਟ ਆ। ਕਈਆਂ ਨੇ ਬਹੁਤ ਵੱਡੀਆਂ ਫਿਲਮਾਂ 'ਚ ਕੰਮ ਕੀਤਾ ਹੈ ਨਾ, ਜਿਵੇਂ ਮਤਲਬ ਕਾਫੀ ਵੱਡੀਆਂ ਜਿਹੜੀਆਂ 2-2 ਹਜ਼ਾਰ ਕਰੋੜ ਰੁਪਏ ਦੀਆਂ ਬਣਨ ਵਾਲੀਆਂ ਨਾ, ਉਹਨਾਂ 'ਚ ਵਾਇਸ ਦੇਣ ਵਾਲੇ ਵੀ ਹੈਗੇ ਆ ਬੰਦੇ। ਸੋ ਇਸ ਕਰਕੇ ਉਹ ਬੰਬੇ, ਵਾਇਸ ਓਵਰ ਬੰਬੇ ਦੀ ਆ। ਬਾਕੀ ਸਾਰਾ ਕਾਰੋਬਾਰ ਜਿਹੜਾ ਇਹਦਾ ਆਪਣੇ ਸਟੂਡੀਓ 'ਚ ਹੀ ਹੋਇਆ, ਜਿਹੜਾ ਜਲੰਧਰ 'ਚ ਸਥਿਤ ਹੈ। ਠੀਕ ਠੀਕ। ਸੋ ਚਾਨਾ ਜੀ, ਕੋਈ ਖਾਸ ਗੱਲ ਇਸ ਤੋਂ ਇਲਾਵਾ ਕੋਈ ਕਹਿਣੀ ਚਾਹੁੰਦੇ ਹੋ? ਕਹਿਣੀ ਇਹੀ ਚਾਹੁੰਦੇ ਆ ਕਿ ਇੱਕ ਤਾਂ ਜਿਹੜੀ ਬਾਬਾ ਸਾਹਿਬ ਦੀ ਆਪਣਾ ਜੀਵਨ ਹੈਗਾ, ਜਿਸ ਤਰ੍ਹਾਂ ਉਹਨਾਂ ਨੇ ਆਪਣੇ ਬਚਪਨ ਤੋਂ ਲੈ ਕੇ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ, ਉਹ ਕੱਲੀ ਗਰੀਬੀ ਨਹੀਂ ਸੀ, ਉਹਦੇ 'ਚ ਅਪਮਾਨ ਵੀ ਸ਼ਾਮਲ ਸੀਗਾ, ਵਿਤਕਰਾ ਸ਼ਾਮਲ ਸੀ। ਜਿਸ ਤਰ੍ਹਾਂ ਉਹਨਾਂ ਨੇ ਅਪਮਾਨ ਦਾ ਸਾਹਮਣਾ ਕਰਦਿਆਂ ਹੋਇਆਂ, ਵਿਤਕਰੇ ਦਾ ਸਾਹਮਣਾ ਕਰਦਿਆਂ ਹੋਇਆਂ, ਗਰੀਬੀ ਦਾ ਸਾਹਮਣਾ ਕਰਦਿਆਂ ਹੋਇਆਂ, ਜਿਸ ਤਰ੍ਹਾਂ ਉਹਨਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਜਿੰਨੀ ਮਤਲਬ ਬਹਾਦਰੀ ਦੇ ਨਾਲ, ਇਹ ਸਾਡੇ ਦੇਸ਼ ਦੇ ਸਾਰੇ ਹੀ ਬੱਚਿਆਂ ਦੇ ਲਈ ਇੰਸਪੀਰੇਸ਼ਨ। ਠੀਕ ਠੀਕ। ਕਿ ਕੋਈ ਵੀ ਬੱਚਾ ਇਹ ਨਹੀਂ ਕਹਿ ਸਕਦਾ ਕਿ ਜੀ ਮੈਨੂੰ ਤਾਂ ਆ ਨਹੀਂ ਸੀ, ਤਾਂ ਆਹ ਸਹੂਲਤ ਨਹੀਂ ਸੀ, ਮੈਂ ਇਸ ਕਰਕੇ ਨਹੀਂ ਪੜ੍ਹ ਸਕਿਆ, ਹੈ ਨਾ। ਲੇਕਿਨ ਫਿਰ ਇਸ ਲੈਵਲ ਦੀ ਪੜ੍ਹਾਈ ਕਰਨੀ ਕਿ ਉਹ ਦੁਨੀਆ ਦੇ ਟੌਪ ਦੇ ਜਿਹੜੇ ਇੰਟਲੈਕਚੁਅਲ ਹੈਗੇ ਆ, ਚਿੰਤਕ ਆ, ਫਿਲਾਸਫਰ ਆ, ਉਹਨਾਂ 'ਚ ਸ਼ੁਮਾਰ ਹੁੰਦਾ ਉਹਨਾਂ ਦਾ। ਮਤਲਬ ਸਾਡੇ ਦੇਸ਼ ਦੇ ਹੀ ਨਹੀਂ ਇਕੱਲੇ ਹੈਗੇ। ਹੁਣ ਜਦੋਂ ਸਾਨੂੰ ਪਤਾ ਲੱਗਦਾ ਕਿ ਘੱਟ ਤੋਂ ਘੱਟ ਵੀ 50 ਯੂਨੀਵਰਸਿਟੀਆਂ ਜਾਂ ਇਸ ਤੋਂ ਵੱਧ ਹੀ ਹੈਗੀਆਂ ਜਿਨ੍ਹਾਂ 'ਚ ਉਹਨਾਂ ਦੇ ਸਟੈਚੂ ਲੱਗੇ ਹੋਏ ਆ, ਜਾਂ ਜਿਹਨਾਂ ਉਹਨਾਂ ਦੇ ਮਤਲਬ ਬਹੁਤ ਵੱਡੇ ਵੱਡੇ ਪੋਰਟਰੇਟ ਲੱਗੇ ਹੋਏ ਆ, ਇਸ ਕਰਕੇ ਕਿ ਉਹ ਇਹ ਕਾਸਟਿਜ਼ਮ ਦੇ ਐਂਗਲ ਤੋਂ ਤਾਂ ਅਸੀਂ ਹੀ ਦੇਖ ਸਕਦੇ ਹਾਂ ਨਾ ਕਿ ਉਹਨਾਂ ਨੇ ਸਟਰਗਲ ਜਿਹੜੀ ਆ ਕਿਹਨਾਂ ਵਾਸਤੇ ਕੀਤੀ, ਕਿਹਨਾਂ। ਲੇਕਿਨ ਜਦੋਂ ਦੁਨੀਆ ਦੇਖਦੀ ਹੈ ਉਹਨਾਂ ਨੂੰ, ਉਹ ਇੱਕ ਚਿੰਤਕ ਦੇ ਤੌਰ ਤੇ ਤਾਂ ਦੇਖਦੀ ਹੈ, ਤਾਂ ਉਹਨਾਂ ਦਾ ਸ਼ੁਮਾਰ ਬੜੇ ਥੋੜੇ ਜਿਹੇ ਬੰਦਿਆਂ 'ਚ ਹੁੰਦਾ ਜਿਹੜੇ ਹੁਣ ਤੱਕ ਪੈਦਾ ਹੋਏ, ਹਨਾ। ਸੋ ਇੱਕ ਤਾਂ ਉਹਨਾਂ ਦਾ ਇਹ ਆ ਕਿ ਉਹਨਾਂ ਦਾ ਆਪਣਾ ਜੀਵਨ ਬੜਾ ਇੰਸਪਾਇਰਿੰਗ ਹੈਗਾ। ਦੂਜੀ ਗੱਲ ਇਹ ਆ ਕਿ ਆਪਣੇ ਦੇਸ਼ ਦੇ, ਆਪਣੇ ਸਮਾਜ ਦੇ ਖਾਸ ਹਾਲਤਾਂ ਦੇ ਵਿੱਚ ਕਿਸ ਤਰ੍ਹਾਂ ਦੇ ਦਾਅ ਪੇਚ ਹੋਣੇ ਚਾਹੀਦੇ ਆ ਲੜਾਈ ਦੇ, ਉਹ ਵੀ ਸਿੱਖਣ ਦਾ ਜਿਹੜਾ ਨਾ ਇੱਕ ਜੇ ਸਾਡੇ 'ਚ ਇੱਛਾ ਹੋਵੇ ਤਾਂ ਉਹ ਬਾਬਾ ਸਾਹਿਬ ਨੂੰ ਸਟੱਡੀ ਕਰਨਾ ਬੜਾ ਜ਼ਰੂਰੀ। ਠੀਕ ਠੀਕ। ਉਹਨਾਂ ਨੇ, ਹਨਾ, ਮਤਲਬ ਸਿੱਧਾ ਸਾਦਾ ਕੋਈ ਫਾਰਮੂਲਾ ਨਹੀਂ ਹੈ ਇਸ ਦੇਸ਼ ਦੇ ਵਿੱਚ। ਕਲਾਸ ਸਟਰਗਲ ਹੁੰਦੀ ਆ ਜੀ, ਇੱਕ ਲੁਟੇਰੇ ਹੁੰਦੇ ਆ, ਇੱਕ ਲੁੱਟ ਹੋਣ ਵਾਲੇ ਹੁੰਦੇ ਆ ਨਾ। ਚਾਨਾ ਜੀ, ਟਾਈਮ ਕਾਫੀ ਹੋ ਗਿਆ, ਆਪਾਂ ਹੁਣ ਤੁਸੀਂ ਕਲੋਜ਼ਿੰਗ ਰਿਮਾਰਕਸ ਦੇ ਕੇ ਇਹਨੂੰ ਸਮਾਪਤ ਕਰੋ। ਕਲੋਜ਼ਿੰਗ ਇਹੀ ਆ ਕਿ ਸਾਨੂੰ ਬੜੀ ਉਮੀਦ ਹੈਗੀ ਆ ਕਿ ਦੇਸ਼ ਦੇ ਲੋਕ ਜਿਹੜੇ ਬਾਬਾ ਸਾਹਿਬ ਦੇ ਨਾਲ ਪਿਆਰ ਕਰਦੇ ਆ, ਉਹਨਾਂ ਦੀਆਂ ਸਾਰੀਆਂ ਗੱਲਾਂ ਬਾਰੇ ਨਹੀਂ ਵੀ ਜਾਣਦੇ, ਉਹ ਆਪਣੇ ਲਈ ਵੀ ਜਾਣ ਲੈਣਗੇ। ਲੇਕਿਨ ਇਹ ਆ ਕਿ ਵੀ ਅਗਰ ਇਸ ਨੂੰ ਅੱਛਾ ਰਿਸਪੌਂਸ ਮਿਲਦਾ ਆ ਤੇ ਸਾਡੇ ਵਾਸਤੇ ਇਹ ਆ ਕਿ ਵੀ ਉਹਨਾਂ ਦੇ ਹੋਰ ਬਹੁਤ ਸਾਰੇ ਪੱਖ ਹੈਗੇ ਆ ਜਿਨ੍ਹਾਂ ਤੇ, ਜਿਹੜੇ ਆਪਣੇ ਆਪ ਦੇ ਵਿੱਚ ਥੀਮ ਹੈਗੇ ਆ, ਜਿਹੜੇ ਮੰਗ ਕਰਦੇ ਆ ਕਿ ਉਹਨਾਂ ਉੱਤੇ ਹੋਰ ਫਿਲਮਾਂ ਵੀ ਬਣਨ, ਹਨਾ। ਇੱਕੋ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੀਆਂ ਔਰਤਾਂ ਹੈਗੀਆਂ, ਉਹ ਬਾਬਾ ਸਾਹਿਬ ਦੇ ਇਸ ਯੁੱਧ ਦੇ ਵਿੱਚ ਕੁੱਦਣ ਤੋਂ ਪਹਿਲਾਂ ਕਿਸੇ ਨੂੰ ਵੀ ਕੋਈ ਰਾਈਟ ਨਹੀਂ ਸੀ, ਚਾਹੇ ਉਹ ਸਵਰਨ ਜਾਤੀ ਦੀਆਂ ਔਰਤਾਂ ਸੀਗੀਆਂ ਤੇ ਚਾਹੇ ਉਹ ਦਲਿਤ ਔਰਤਾਂ ਸੀ। ਠੀਕ। ਉਹ ਇੱਕ ਅੱਧਾ ਹਿੱਸਾ ਇਸ ਦੇਸ਼ ਦਾ। ਹਾਂਜੀ ਹਾਂਜੀ ਹਾਂਜੀ, ਇਹ ਸਮਾਪਤ ਕਰੋ ਚਾਨਾ ਜੀ ਇੱਥੇ, ਕਿਉਂਕਿ ਲਿੰਕ ਰੁਕ ਜਾਣਾ। ਅੱਛਾ, ਇਹ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਉੱਘੇ ਲੇਖਕ ਸਤਨਾਮ ਚਾਨਾ ਜੀ ਸਨ, ਤੇ ਉਹਨਾਂ ਨੇ ਜੈ ਭੀਮ ਬਾਰੇ ਤੇ ਬਾਬਾ ਸਾਹਿਬ ਬਾਰੇ ਡਿਟੇਲ ਵਿਸਤਾਰ ਦੇ ਵਿੱਚ ਦੱਸਿਆ। ਇੱਥੇ ਅਸੀਂ ਚਾਨਾ ਸਾਹਿਬ ਤੋਂ ਤੇ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਬਹੁਤ ਬਹੁਤ ਧੰਨਵਾਦ।